किसान कानून भी ਸੋਧਾਂ यानी कि अमेंडमेंट ਨੂੰ ਕਿਉਂ ਨਹੀਂ ਮੰਨ ਰਹੇ? ਕਿਉਂਕਿ ਕੇਂਦਰ ਸਰਕਾਰ ਨੂੰ 2 ਨੰਬਰ ਲਿਸਟ ਦੀ ਮੱਦ 14 ਤੇ ਤੀਜੀ ਲਿਸਟ ਦੀ ਮੱਦ 33 ਬਾਰੇ ਕੇਂਦਰ ਨੂੰ ਅਨਾਜ ਅਤੇ ਖੇਤੀ ਬਾਰੇ ਕਾਨੂੰਨ ਬਣਾਉਣ ਦਾ ਅਧਿਕਾਰ ਹੀ ਨਹੀਂ ਹੈ। ਇਸ ਲਈ ਜੇਕਰ ਕਿਸਾਨ ਇਹਨਾਂ ਕਾਨੂੰਨਾਂ ਵਿੱਚ ਸੋਧ ਕਰਨ ਲਈ ਰਜ਼ਾਮੰਦ ਹੋ ਜਾਂਦੇ ਹਨ ਤਾਂ ਉਹ ਕੇਂਦਰ ਸਰਕਾਰ ਦਾ ਇਹਨਾਂ ਮੁੱਦਿਆਂ ਬਾਰੇ ਕਾਨੂੰਨ ਬਣਾਉਣ ਦਾ ਅਧਿਕਾਰ ਮੰਨ ਰਹੇ ਹੋਣਗੇ। ਕੇਂਦਰ ਸਰਕਾਰ ਵੀ ਇਹੀ ਚਾਹੁੰਦੀ ਹੈ ਕਿ ਜੇਕਰ ਕਿਸਾਨ ਇਹਨਾਂ ਕਾਨੂੰਨਾਂ ਨੂੰ 2 ਜਾਂ 3 ਸਾਲ ਲਈ ਲੰਬਤ ਕਰਨਾ ਮੰਨ ਲੈਣ ਤਾਂ ਕੇਂਦਰ ਸਰਕਾਰ ਦੇ ਅੱਗੇ ਵਾਸਤੇ ਇਹਨਾਂ ਮੱਦਾਂ ਬਾਰੇ ਕਾਨੂੰਨ ਬਣਾਉਣ ਦਾ ਅਧਿਕਾਰ ਪ੍ਰਵਾਨਿਤ ਹੋ ਜਾਏਗਾ ਤੇ ਕੇਂਦਰ ਸਰਕਾਰ ਆਪਣੀ ਮਰਜ਼ੀ ਦੇ ਕਾਨੂੰਨਾਂ ਬਣਾਉਂਦੀ ਰਹੇਗੀ। ਰਾਜ ਸਰਕਾਰਾਂ ਦਾ ਦਖਲ ਖਤਮ ਹੋ ਜਾਏਗਾ। ਇਹ ਡੂੰਘੀ ਚਾਲ ਹੈ। ਕੇਂਦਰ ਸਰਕਾਰ ਵੀ ਮੰਨ ਚੁੱਕੀ ਹੈ ਕਿ ਇਹਨਾਂ ਕਾਨੂੰਨਾਂ ਵਿੱਚ ਬਹੁਤ ਖਾਮੀਆਂ ਹਨ ਤੇ ਸੁਝਾਅ ਦੇ ਰਹੀ ਹੈ ਕਿ ਕਾਨੂੰਨ ਵਿੱਚ ਸੋਧ ਕਰਕੇ ਇਹ ਖਾਮੀਆਂ ਦੂਰ ਕੀਤੀਆਂ ਜਾ ਸਕਦੀਆਂ ਹਨ। ਜੇਕਰ ਖਾਮੀਆਂ ਅਣਗਿਣਤ ਹਨ ਤੇ ਕੇਂਦਰ ਸਰਕਾਰ ਨੂੰ ਖੇਤੀ ਬਾਰੇ ਕਾਨੂੰਨ ਬਣਾਉਣ ਦਾ ਅਧਿਕਾਰ ਵੀ ਨਹੀਂ ਹੈ ਤਾਂ ਫਿਰ ਇਹ ਕਾਨੂੰਨ ਵਾਪਿਸ ਕਿਉਂ ਨਹੀਂ ਲਏ ਜਾਂਦੇ? ਖੇਤ ਤੇ ਖੇਤੀ ਦੋਵੇਂ ਖਤਰੇ ਵਿੱਚ। ਦੂਜੀ ਵਾਰ ਹੈ ਜਦੋਂ ਬਾਹਰਲੇ ਦੇਸ਼ਾਂ ਨੇ ਭਾਰਤ ਦੇ ਕਾਨੂੰਨਾਂ ਦਾ ਆਪਣੇ ਲਈ ਫਾਇਦਾ ਦੇਖਦਿਆਂ ਇਹਨਾਂ ਦਾ ਸਵਾਗਤ ਕੀਤਾ ਹੈ। ਪਹਿਲਾਂ 2008 ਵਿੱਚ ਜਦੋਂ ਰਮੇਸ਼ ਚੰਦਰਾ ਕਮੇਟੀ ਦੀਆਂ ਸਿਫਾਰਸ਼ਾਂ 'ਤੇ ਭਾਰਤ ਦੇ 1932 ਵਿੱਚ ਬਣਾਏ ਰਵਾਇਤੀ ਪਾਰਟਨਰਸ਼ਿਪ ਐਕਟ ਦੀ ਥਾਂ ਇੱਕ ਨਵਾਂ ਲਿਮਟਿਡ ਲਾਇਬਿਲਿਟੀ ਪਾਰਟਨਰਸ਼ਿਪ ਐਕਟ ਬਣਾਇਆ ਗਿਆ, ਜਿਸ ਅਨੁਸਾਰ ਬਾਹਰਲੇ ਦੇਸ਼ਾਂ ਵਿੱਚ ਬੈਠੇ ਘੱਟ ਤੋਂ ਘੱਟ 2 ਜਾਂ 2 ਤੋਂ ਵੱਧ ਵਿਅਕਤੀ ਵਪਾਰੀ ਜਾਂ ਵਪਾਰਕ ਕੰਪਨੀਆਂ ਹੋਣ, ਰਲ ਕੇ ਬਾਹਰ ਬੈਠੀਆਂ ਇੱਕ ਕੰਪਨੀ ਬਣਾ ਕੇ ਭਾਰਤ ਵਿੱਚ ਵਪਾਰ ਕਰ ਸਕਦੇ ਹਨ। ਸ਼ਰਤ ਇਹ ਹੈ ਕਿ ਉਹਨਾਂ ਨੂੰ ਇੱਕ ਭਾਰਤੀ ਮੈਂਬਰ ਲੈਣਾ ਹੋਵੇਗਾ ਜਿਹੜਾ ਭਾਵੇਂ ਕੋਈ ਵੀ ਆਰਥਿਕ ਸਮਰੱਥਾ ਨਾ ਰੱਖਦਾ ਹੋਵੇ ਤੇ ਭਾਵੇਂ ਉਹ ਇੱਕ ਬੱਸ ਚਲਾਉਣ ਵਾਲਾ ਹੀ ਹੋਵੇ। ਉਸਦਾ ਭਾਰਤ ਦਾ ਸ਼ਹਿਰੀ ਹੋਣਾ ਵੀ ਜ਼ਰੂਰੀ ਨਹੀਂ। ਉਹ ਬੱਸ ਜੋ ਸਿਰਫ LLP ਬਣਾਉਣ ਤੋਂ ਪਹਿਲਾਂ ਪਿਛਲੇ ਸਾਲ ਵਿੱਚ 182 ਦਿਨ ਭਾਰਤ ਵਿੱਚ ਰਿਹਾ ਹੋਣਾ ਕਾਫੀ ਹੈ। ਇਹ ਕਾਨੂੰਨ ਬਣਨ ਤੇ ਨਾਰਥ ਅਮਰੀਕਾ ਦੇ ਕਿੱਤਾਧਾਰੀਆਂ ਦੀ ਇੱਕ ਸੰਸਥਾ ਨੇ ਭਰਵਾਂ ਸਵਾਗਤ ਕੀਤਾ ਤੇ ਖੁੱਲ੍ਹੇਆਮ ਕਿਹਾ ਕਿ ਹੁਣ ਮੌਕਾ ਮਿਲਿਆ ਹੈ ਸਾਨੂੰ ਬਾਹਰ ਬੈਠਿਆਂ ਭਾਰਤ ਵਿੱਚ ਵਪਾਰ ਕਰਨ ਦਾ। ਇਸ ਕਾਨੂੰਨ ਨੇ ਤਾਂ ਭਾਰਤ ਵਾਸਤੇ ਸਾਡੇ ਦਰਵਾਜ਼ੇ ਖੋਲ੍ਹ ਦਿੱਤੇ। ਬਾਹਰ ਬੈਠੇ ਵਪਾਰੀਆਂ ਨੂੰ ਇਸ ਕੰਪਨੀ ਵੱਲੋਂ ਕਿਤੇ ਜੁਰਮ ਜਾਂ ਘਪਲੇਬਾਜ਼ੀ ਵਿੱਚ ਫੜਨਾ ਤੇ ਸਜ਼ਾ ਦੇਣਾ ਔਖਾ ਹੋਵੇਗਾ। ਭਾਰਤੀ ਹਿੱਸੇਦਾਰ ਦੀ ਮਾਲੀ ਹੈਸੀਅਤ ਨਾ ਹੋਣ ਕਾਰਨ ਤੁਸੀਂ ਕੁਝ ਨਹੀਂ ਕਰ ਸਕੋਗੇ। ਪਹਿਲਾਂ ਭੋਪਾਲ ਗੈਸ ਕਾਂਡ ਵਿੱਚ ਹੋਇਆ ਹਜ਼ਾਰਾਂ ਮੌਤਾਂ ਦੀ ਸਜ਼ਾ ਵੀ ਤਾਂ ਬਾਹਰ ਬੈਠੇ ਮਾਲਕਾਂ ਨੂੰ ਨਹੀਂ ਦਿੱਤੀ ਜਾ ਸਕੀ। ਦੂਜਾ, ਹੁਣ ਕੈਨੇਡਾ ਦੀ ਅਖਬਾਰ ਟੋਰਾਂਟੋ ਸਟਾਰ ਮਿਤੀ 22/1/2021 ਵਿੱਚ ਹਿਨਾ ਆਲਮ ਵੱਲੋਂ ਲਿਖੇ ਲੇਖ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਵਿੱਚ ਨਵੇਂ ਬਣੇ ਫਾਰਮ ਲਾਜ਼ ਦਾ ਕੈਨੇਡਾ ਦੇ ਵੱਡੇ ਖੇਤੀ ਵਪਾਰੀ ਸਵਾਗਤ ਕਰ ਰਹੇ ਹਨ ਕਿਉਂਕਿ ਉਹਨਾਂ ਨੂੰ ਬਾਹਰ ਬੈਠਿਆਂ ਇੱਥੋਂ ਦੀ ਖੇਤੀਬਾੜੀ ਖੇਤਰ ਵਿੱਚ ਦਾਖਲ ਹੋਣ ਜਾਂ ਦਖਲ ਅੰਦਾਜ਼ੀ ਕਰਨ ਦਾ ਮੌਕਾ ਮਿਲ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਦੀ ਇੱਕ ਯੂਨੀਵਰਸਿਟੀ ਦੇ ਪ੍ਰੋਫੈਸਰ ਸ਼ਾਸ਼ੀ ਇਨੌਰਥ ਨੇ ਵਿਚਾਰ ਪ੍ਰਗਟ ਕੀਤਾ ਹੈ ਕਿ ਭਾਰਤ ਵਿੱਚ ਨਵੇਂ ਬਣੇ ਕਾਨੂੰਨ ਤੁਹਾਨੂੰ ਖੁੱਲ੍ਹ ਦਿੰਦੇ ਹਨ ਕਿ ਕਿਤੇ ਵੀ ਆਪਣੀ ਪੈਦਾਵਾਰ ਵੇਚ ਸਕਦੇ ਹੋ ਜਾਂ ਖਰੀਦ ਸਕਦੇ ਹੋ। ਕਿਉਂਕਿ ਭਾਰਤ ਸਰਕਾਰ MSP ਤੋਂ ਆਪਣਾ ਹੱਥ ਖਿੱਚ ਰਹੀ ਹੈ, ਜਿਸ ਨਾਲ ਭਾਰਤ ਵਿੱਚ ਖੇਤੀ ਉਪਜ ਦੀਆਂ ਕੀਮਤਾਂ ਡਿੱਗ ਪੈਣਗੀਆਂ ਤਾਂ ਕੈਨੇਡਾ ਨੂੰ ਆਪਣੀ ਪੈਦਾਵਾਰ ਭਾਰਤ ਵਿੱਚ ਵੇਚਣ ਦਾ ਮੌਕਾ ਮਿਲ ਜਾਵੇਗਾ। ਖਾਸ ਕਰਕੇ ਇਸ ਲਈ ਵੀ ਕਿ ਸਰਕਾਰ ਨੇ ਬਾਹਰਲੀ ਆਮਦ 'ਤੇ ਕੋਈ ਟੈਰਿਫ ਲਾਉਣ ਦੀ ਗੱਲ ਇਹਨਾਂ ਕਾਨੂੰਨਾਂ ਵਿੱਚ ਨਹੀਂ ਕੀਤੀ। ਟੋਰਾਂਟੋ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਰਾਜੀ ਜੇਆ ਰਾਮਨ ਦਾ ਕਥਨ ਹੈ ਕਿ ਇਹਨਾਂ ਕਾਨੂੰਨਾਂ ਦਾ ਬਾਹਰਲੀ ਖੇਤੀ ਉਪਜ ਨੂੰ ਅਸਿੱਧਾ ਯਾਨੀ ਕਿ ਇਨਡਾਇਰੈਕਟ ਫਾਇਦਾ ਹੋਵੇਗਾ। ਉਸ ਦਾ ਅਨੁਮਾਨ ਹੈ ਕਿ ਭਾਰਤ ਦਾ ਕਾਰਪੋਰੇਟ ਸੈਕਟਰ ਆਪਣਾ ਅਸਰ ਰਸੂਖ ਵਰਤ ਕੇ ਭਾਰਤ ਦੇ ਖੇਤੀ ਉਪਜ ਦੇ ਭਾਅ ਡਿੱਗਣ 'ਚ ਸਫਲ ਹੋ ਜਾਏਗਾ ਤਾਂ ਬਾਹਰਲੇ ਵਪਾਰੀ ਆਪਣੀ ਖੇਤੀ ਉਪਜ ਭਾਰਤ ਵਿੱਚ ਵੇਚ ਸਕਣਗੇ ਤੇ ਇਹ ਕੰਮ ਭਾਰਤੀ ਵਪਾਰੀ ਵੀ ਕਰ ਸਕਣਗੇ ਕਿਉਂਕਿ ਉਹਨਾਂ ਨੂੰ ਖਰੀਦ ਕਰਨ, ਭੰਡਾਰਨ ਕਰਨ, ਬਾਹਰ ਭੇਜਣ ਜਾਂ ਭਾਰਤ ਵਿੱਚ ਰੱਖਣ ਦੇ ਨਵੇਂ ਕਾਨੂੰਨਾਂ ਵੱਲੋਂ ਖੁੱਲ੍ਹ ਪ੍ਰਾਪਤੀ ਹੈ। ਵੱਡੇ ਧਨਾਢ ਵਪਾਰੀ ਅਦਾਰੇ ਜਿਨ੍ਹਾਂ ਦੀ ਮਾਰਕੀਟ ਪਹੁੰਚ ਸਾਰੀ ਦੁਨੀਆ ਹੈ ਆਦਿ ਨੇ ਸੋਚਣਾ ਸ਼ੁਰੂ ਕਰ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਭ ਤੋਂ ਵੱਧ ਮੁਨਾਫੇ ਵਾਲਾ ਅਦਾਰਾ ਖਾਦ ਖੁਰਾਕ ਹੈ ਕਿਉਂਕਿ ਇਸ ਧਰਤੀ ਦਾ 3 ਹਿੱਸਾ ਸਮੁੰਦਰਾਂ ਥੱਲੇ ਹੈ
ਕੁਝ ਪਹਾੜ, ਦਰਿਆਵਾਂ, ਜੰਗਲਾਂ ਤੇ ਪਠਾਰਾਂ ਥੱਲੇ ਹੈ। ਖੇਤੀਯੋਗ ਬਹੁਤ ਘੱਟ ਧਰਤੀ ਰਹਿ ਜਾਂਦੀ ਹੈ ਜੋ ਮਕਾਨਾਂ ਦੀ ਉਸਾਰੀ ਨਾਲ ਦਿਨੋਂ ਦਿਨ ਘਟ ਰਹੀ ਹੈ ਤੇ ਆਬਾਦੀ ਵੱਧ ਰਹੀ ਹੈ। ਇਸ ਲਈ ਆਉਣ ਵਾਲੇ 20-30 ਸਾਲਾਂ ਵਿੱਚ ਖਾਣ ਵਾਲੀਆਂ ਵਸਤਾਂ ਦੀ ਮੰਗ ਬਹੁਤ ਵੱਧ ਜਾਵੇਗੀ। ਜਿਹੜਾ ਅਦਾਰਾ ਹੁਣ ਖੇਤੀਯੋਗ ਜ਼ਮੀਨਾਂ 'ਤੇ ਸਿੱਧਾ ਜਾਂ ਅਸਿੱਧਾ ਕਬਜ਼ਾ ਕਰ ਲਏਗਾ ਉਹ ਦੁਨੀਆ ਦੀ ਆਰਥਿਕਤਾ 'ਤੇ ਰਾਜ ਕਰੇਗਾ। ਇਸ ਦੀ ਇੱਕ ਮਿਸਾਲ ਇਸ ਗੱਲ ਤੋਂ ਮਿਲਦੀ ਹੈ ਕਿ ਜੌਨ ਵਿਲੀਅਮਸ ਵੱਲੋਂ YouTube 'ਤੇ ਪਾਈ ਜਾਣਕਾਰੀ ਮੁਤਾਬਿਕ ਬਿਲ ਗੇਟਸ ਨੇ, ਜੋ ਕੰਪਿਊਟਰ ਜਗਤ ਦਾ ਸਭ ਤੋਂ ਵੱਡਾ ਦਸਤਕਾਰ ਹੈ, ਨੇ ਅਮਰੀਕਾ ਵਿੱਚ 2,50,000 ਏਕੜ ਵਾਹੀਯੋਗ ਜ਼ਮੀਨ ਖਰੀਦ ਲਈ ਹੈ, ਜਿਸ ਦਾ ਵੇਰਵਾ ਉਸਨੇ ਦਿੱਤਾ ਹੈ। ਉਸ ਅਨੁਸਾਰ 25,000 ਏਕੜ ਐਰੀਜ਼ੋਨਾ ਵਿੱਚ, 45,000 ਏਕੜ ਕੈਲੀਫੋਰਨੀਆ, 16,000 ਏਕੜ ਵਾਸ਼ਿੰਗਟਨ, 9200 ਏਕੜ ਇਡਾਹੋ, 2200 ਏਕੜ ਕੋਲੋਰਾਡੋ, 20,000 ਨੈਬਰਾਸਕਾ, 46,000 ਏਕੜ ਅਰਕਾਨਸਸ, 17,140 ਇਲੀਨੋਇਸ, 70,000 ਏਕੜ ਲੁਜ਼ੀਆਨਾ, 15,000 ਫਲੋਰੀਡਾ ਵਿੱਚ ਖਰੀਦ ਰੱਖੀ ਹੈ। ਲੈਂਡ ਮੈਟ੍ਰਿਕਸ ਦੇ 2018 ਦੇ ਇੱਕ ਸਰਵੇਖਣ ਅਨੁਸਾਰ ਦੁਨੀਆ ਵਿੱਚ ਖੇਤੀ ਵਾਲੀ ਜ਼ਮੀਨ ਦਾ 9% ਖੁਰਾਕ ਦੀ ਪੈਦਾਵਾਰ ਵਾਸਤੇ ਵਰਤਿਆ ਜਾਂਦਾ ਹੈ। 38% ਖੁਰਾਕ ਤੋਂ ਇਲਾਵਾ ਹੋਰ ਚੀਜ਼ਾਂ ਵਾਸਤੇ ਵਰਤਿਆ ਜਾ ਰਿਹਾ ਹੈ। ਸਾਲ 2000 ਤੋਂ 2018 ਤੱਕ ਕਾਰਪੋਰੇਟ ਸੈਕਟਰ ਨੇ 26.7 ਮਿਲੀਅਨ ਹੈਕਟੇਅਰ ਖੇਤੀ ਵਾਲਾ ਰਕਬਾ ਦੁਨੀਆ ਵਿੱਚ ਦੂਜੇ ਦੇਸ਼ਾਂ ਵਿੱਚ ਜਾ ਕੇ ਖਰੀਦ ਲਿਆ ਹੈ। ਇਨ੍ਹਾਂ ਵੱਡੇ ਵਪਾਰੀ ਅਦਾਰਿਆਂ ਨੇ ਉਹਨਾਂ ਦੇਸ਼ਾਂ ਨੂੰ ਨਿਸ਼ਾਨਾ ਬਣਾਇਆ ਹੈ ਜਿੱਥੋਂ ਦੀਆਂ ਸਰਕਾਰ ਕਮਜ਼ੋਰ ਹਨ ਜਾਂ ਦੂਰ ਅੰਦੇਸ਼ ਨਹੀਂ ਹਨ, ਜਿਵੇਂ ਕੋਂਗੋ, ਸੁਡਾਨ, ਇਥੀਓਪੀਆ ਤੇ ਮੱਧ ਅਫਰੀਕਾ। 1 ਕਰੋੜਾ ਏਕੜ ਖੇਤ ਜ਼ਿਆਦਾ ਦਰਿਆਵਾਂ ਦੇ ਨੇੜੇ ਖਰੀਦੀ ਗਈ ਹੈ ਤਾਂ ਕਿ ਦਰਿਆ ਦਾ ਪਾਣੀ ਸਿੰਚਾਈ ਲਈ ਵਰਤਿਆ ਜਾ ਸਕੇ, ਕਿਉਂਕਿ ਸਊਦੀ ਅਰਬ ਵਿੱਚ ਪਾਣੀ ਦੀ ਘਾਟ ਹੈ ਤੇ ਜ਼ਮੀਨ ਖੇਤੀ ਦੇ ਕਾਬਿਲ ਨਹੀਂ ਹੈ। ਸਊਦੀ ਅਰੇਬੀਆ ਨੇ ਵੀ ਲੱਖਾਂ ਏਕੜ ਖੇਤੀ ਵਾਲਾ ਰਕਬਾ ਬਾਹਰਲੇ ਕਮਜ਼ੋਰ ਦੇਸ਼ਾਂ ਵਿੱਚ ਖਰੀਦ ਲਿਆ ਤੇ ਉੱਥੇ ਕੰਟਰੈਕਟ ਫਾਰਮਿੰਗ ਕਰਾ ਕੇ ਪੈਦਾਵਾਰ ਆਪਣੇ ਦੇਸ਼ ਵਿੱਚ ਜਾਂ ਵਪਾਰ ਵਾਸਤੇ ਵਰਤਣ ਲਈ ਵੱਡੀ ਮਾਤਰਾ ਵਿੱਚ ਪਲਾਨ ਬਣਾਏ ਹਨ। ਇਹ ਰੁਝਾਨ ਭਾਰਤ ਵਿੱਚ ਵੀ ਵੱਧ ਰਿਹਾ ਹੈ, ਜਿਸ ਦੀ ਕੇਂਦਰ ਸਰਕਾਰ ਵੱਲੋਂ ਪਿੱਠ ਥਾਪੜਨਾ ਹੋ ਰਹੀ ਹੈ। ਇਸ ਤੋਂ ਇਲਾਵਾ ਉਹ ਮੀਟ ਦੇ ਖੇਤਰ ਵਿੱਚ ਵੀ ਭਾਰੀ ਰਕਮ ਲਗਾ ਰਿਹਾ ਹੈ। ਇਸ ਲਈ ਨਹੀਂ ਕਿ ਮੀਟ ਦੀ ਉਪਜ ਵਧਾਉਣੀ ਹੈ, ਬਲਕਿ ਇਸ ਲਈ ਕਿ ਮੀਟ ਦੀ ਮਾਰਕੀਟ ਖਤਮ ਕਰਕੇ ਖੇਤੀ ਉਪਜ ਖਾਦ ਖੁਰਾਕ 'ਤੇ ਕਬਜ਼ਾ ਕਰਕੇ ਉਸ ਦੇ ਬੀਜਾਂ ਨੂੰ ਸਾਇੰਸ ਦੇ ਤਰੀਕੇ ਨਾਲ ਉਸ ਦੀ ਜੀਨ ਬਦਲ ਕੇ ਤੇ ਇਸ ਤਰ੍ਹਾਂ ਤਬਦੀਲ ਕੀਤੇ ਬੀਜਾਂ ਨੂੰ ਪੇਟੈਂਟ ਕਰਾ ਕੇ ਬੀਜ ਮਾਰਕੀਟ 'ਤੇ ਕਬਜ਼ਾ ਕਰਨਾ ਤੇ ਖੁਰਾਕ ਨੂੰ ਲੈਬੋਰਟਰੀ ਵਿੱਚ ਬਦਲਾਵਾਂ ਦੀ ਕਿਰਿਆ ਕਰਕੇ ਲੋਕਾਂ ਨੂੰ ਇੱਕ ਨਵੀਂ ਸ਼ਕਲ ਵਿੱਚ ਖਾਦ ਵਸਤੂਆਂ ਪੈਦਾ ਕਰਨ ਤੋਂ ਪਹਿਲਾਂ ਲੋਕਾਂ ਨੂੰ ਦੱਸਣਾ ਕਿ ਤੁਹਾਨੂੰ ਕੀ ਖਾਣਾ ਚਾਹੀਦਾ ਹੈ ਤੇ ਉਹ ਜੋ ਖਾਣਾ ਚਾਹੀਦਾ ਹੈ ਉਹ ਬਿਲ ਗੇਟਸ ਦੀ ਕੰਪਨੀ ਦੱਸੇਗੀ ਤੇ ਦੇਵੇਗੀ ਵੀ। ਵੱਡੇ ਕਾਰਪੋਰੇਟ ਘਰਾਣੇ ਇਸ ਪਾਸੇ ਵੱਲ ਵੱਧ ਰਹੇ ਹਨ। ਉਹਨਾਂ ਦੀ ਨਿਗਾਹ ਹੁਣ ਭਾਰਤ ਦੇ ਵਿਸ਼ਾਲ ਖੇਤੀ ਸੈਕਟਰ 'ਤੇ ਹੈ, ਜਿਸ 'ਤੇ ਉਹ ਇੱਥੋਂ ਦੇ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਜਾਂ ਇਕੱਲੇ ਇਸ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਇਸ ਪ੍ਰਕਿਰਿਆ ਵਿੱਚ ਭਾਰਤ ਸਰਕਾਰ ਉਹਨਾਂ ਦੀ ਮਦਦ ਕਰ ਰਹੀ ਹੈ ਤੇ ਭਾਰਤ ਦੇ ਵੱਡੇ ਵਪਾਰੀ ਵੀ ਇਸ ਪਾਸੇ ਵੱਲ ਤੁਰ ਪਏ ਹਨ। ਜਿੱਥੋਂ ਤੱਕ ਭਾਰਤ ਵਿਚਲੇ ਕਾਰਪੋਰੇਟ ਘਰਾਣਿਆਂ ਦਾ ਤਾਲੁਕ ਹੈ, ਉਹ ਇਸ ਕੋਸ਼ਿਸ਼ ਵਿੱਚ ਹਨ ਕਿ ਸਾਨੂੰ ਖੁੱਲ੍ਹੀ ਮਾਰਕੀਟ ਮਿਲਣੀ ਚਾਹੀਦੀ ਹੈ। ਦੂਜਾ, ਸਾਡੇ 'ਤੇ ਕੋਈ ਪਾਬੰਦੀ ਜਾਂ ਕੰਟਰੋਲ ਨਾ ਹੋਵੇ। ਤੀਜਾ, ਸਾਨੂੰ ਕੋਈ ਮੰਡੀ ਟੈਕਸ ਜਾਂ ਟੈਰਿਫ ਨਾ ਦੇਣਾ ਪਵੇ, ਜਿਸ ਦਾ ਪ੍ਰਾਵਧਾਨ ਸਰਕਾਰ ਨੇ ਨਵੇਂ ਕਾਨੂੰਨਾਂ ਵਿੱਚ ਕਰ ਦਿੱਤਾ ਹੋਇਆ ਹੈ। ਸਰਕਾਰ ਨੂੰ ਲੱਖਾਂ ਲੋਕਾਂ ਦੇ ਜਜ਼ਬਾਤ, ਦੁੱਖ ਤੇ ਔਕੜਾਂ ਦਾ ਕੋਈ ਸਰੋਕਾਰ ਨਹੀਂ, ਜਿਹੜੇ ਦਿੱਲੀ ਦੀਆਂ ਬਰੂਹਾਂ ਤੇ ਮਹੀਨਿਆਂ ਬੱਧੀ ਬੈਠੇ ਪੁਰਅਮਨ ਪ੍ਰੋਟੈਸਟ ਕਰ ਰਹੇ ਹਨ। ਸਰਕਾਰ ਦੀ ਪ੍ਰਾਥਮਿਕਤਾ ਵਪਾਰੀ ਘਰਾਣੇ ਹਨ, ਜਿਹੜੇ ਖੇਤ ਤੇ ਖੇਤੀ ਉਪਜਾਂ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਇਸ ਤੋਂ ਪਹਿਲਾਂ ਸੰਨ 2000 ਵਿੱਚ ਭਾਰਤ ਸਰਕਾਰ ਨੇ ਭਾਰਤ ਵਿੱਚ ਵੱਖ-ਵੱਖ ਥਾਵਾਂ 'ਤੇ ਸਪੈਸ਼ਲ ਇਕਨੋਮਿਕ ਜ਼ੋਨ ਸੇਜ਼ ਬਣਾਉਣ ਲਈ ਹਜ਼ਾਰਾਂ ਏਕੜ ਜ਼ਮੀਨਾਂ ਕਿਸਾਨਾਂ ਤੋਂ ਅਧਿਗ੍ਰਹਿਣ ਕਰ ਲਈਆਂ ਤੇ ਵੱਡੇ ਵਪਾਰਕ ਘਰਾਣਿਆਂ ਨੂੰ ਇਹ ਕਹਿ ਕੇ ਦੇ ਦਿੱਤੀਆਂ ਕਿ ਇਸ ਜ਼ਮੀਨ ਨੂੰ ਫੋਰਨ ਟੈਰੀਟਰੀ ਭਾਵ ਵਿਦੇਸ਼ੀ ਇਲਾਕਾ ਮੰਨਿਆ ਜਾਵੇ ਤੇ ਤੁਸੀਂ ਜੋ ਵੀ ਇੱਥੇ ਉਤਪਾਦਨ ਕਰੋਗੇ ਉਹ ਵਿਦੇਸ਼ੀ ਪੈਦਾਵਾਰ ਮੰਨੀ ਜਾਵੇਗੀ। ਤੁਹਾਡੇ 'ਤੇ ਕੋਈ ਟੈਰਿਫ ਜਾਂ ਟੈਕਸ ਨਹੀਂ ਲੱਗੇਗਾ।
ਜਿਹੜੀ ਵਸਤੂਆਂ ਭਾਰਤ ਵਿੱਚ ਹੋਰ ਥਾਵਾਂ 'ਤੇ ਪੈਦਾ ਹੋ ਸਕੇ ਇਸ ਸੇਜ਼ ਵਿੱਚ ਆਉਣਗੀਆਂ, ਉਹਨਾਂ ਨੂੰ ਐਕਸਪੋਰਟ ਭਾਵ ਬਰਾਮਦ ਜਾਂ ਦੇਸ਼ ਤੋਂ ਬਾਹਰ ਭੇਜੇ ਜਾਣ ਵਾਲੀ ਵਸਤੂ ਮੰਨਿਆ ਜਾਵੇਗਾ ਅਤੇ ਸੇਜ਼ ਤੋਂ ਭਾਰਤ ਦੇ ਦੂਜੇ ਹਿੱਸਿਆਂ ਨੂੰ ਜਾਣ ਵਾਲੀਆਂ ਵਸਤੂਆਂ ਨੂੰ ਭਾਰਤ ਵਿੱਚ ਇੰਪੋਰਟ ਭਾਵ ਵਿਦੇਸ਼ੋਂ ਆਈ ਵਸਤੂ ਮੰਨਿਆ ਜਾਵੇਗਾ। ਇਹ ਸੇਜ਼ ਬਣਾਉਣ ਲਈ ਵਪਾਰੀ ਨੇ ਜ਼ਮੀਨ ਦੀ ਚੋਣ ਆਪ ਕਰਨੀ ਹੈ ਅਤੇ ਸਰਕਾਰ ਨੂੰ ਦੱਸ ਦੇਣਾ ਹੈ ਕਿ ਮੈਨੂੰ ਇਹ ਜ਼ਮੀਨ ਚਾਹੀਦੀ ਹੈ। ਇਸ ਦੇ ਇਹ ਖਸਰਾ ਨੰਬਰ ਹਨ ਅਤੇ ਇਹ ਮਾਲਕ ਹਨ। ਜ਼ਮੀਨ ਜਿੰਨੀ ਵੀ ਕਹੇ ਬਿਨਾਂ ਕਿਸੇ ਹੱਕ ਤੋਂ ਉਹ ਉਂਗਲ ਧਰ ਦੇਵੇ, ਸਰਕਾਰ ਕਲੈਕਟਰ ਰੇਟ 'ਤੇ ਜਾਂ ਉਸ ਏਰੀਏ ਵਿੱਚ ਹੋਈਆਂ ਰਜਿਸਟਰੀਆਂ ਦੀ ਔਸਤ ਕੀਮਤ ਕੱਢ ਕੇ ਕਿਸਾਨਾਂ ਤੋਂ ਪ੍ਰਾਪਤ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਦੇਵੇਗੀ। ਇਸ ਤਰ੍ਹਾਂ ਹਜ਼ਾਰਾਂ ਏਕੜ ਜ਼ਮੀਨ ਹਰਿਆਣੇ ਅਤੇ ਦਿੱਲੀ ਨੇੜਲੇ ਇਲਾਕਿਆਂ ਵਿੱਚ ਅਧਿਗ੍ਰਹਿਣ ਕਰਕੇ ਵੱਡੇ ਵਪਾਰੀਆਂ ਨੂੰ ਦੇ ਦਿੱਤੀ ਗਈ, ਜਿਸ 'ਤੇ ਨਾ ਸੇਜ਼ ਬਣੀ, ਨਾ ਕਾਰਖਾਨੇ ਲੱਗੇ, ਨਾ ਵਪਾਰਕ ਕਾਰੋਬਾਰ ਹੋਇਆ। ਕੋਡੀਆਂ ਦੇ ਭਾਅ ਹਜ਼ਾਰਾਂ ਏਕੜ ਜ਼ਮੀਨ ਇੱਕ ਸੇਜ਼ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਦੇ ਦਿੱਤੀ ਗਈ। ਉਸ ਵੇਲੇ ਲਗਭਗ 800 ਸੇਜ਼ ਯੂਨਿਟ ਬਣਾਏ ਗਏ। ਜਦੋਂ ਇੱਕ ਕੇਸ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨੋਟਿਸ ਵਿੱਚ ਆਇਆ ਕਿ ਸੇਜ਼ ਜ਼ਮੀਨਾਂ ਤਾਂ ਖੇਤੀ ਵਾਸਤੇ ਕਾਰਪੋਰੇਟ ਘਰਾਣਿਆਂ ਵੱਲੋਂ ਵਰਤੀਆਂ ਜਾ ਰਹੀਆਂ ਹਨ, ਤਾਂ ਸਰਕਾਰ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਸਰਕਾਰ ਬਜਾਏ ਇਸ ਦੇ ਕਿ ਇਹ ਜ਼ਮੀਨਾਂ ਕਿਸਾਨਾਂ ਨੂੰ ਵਾਪਿਸ ਦਿਵਾਉਂਦੀਆਂ, ਸਗੋਂ ਇੱਕ ਆਰਡੀਨੈਂਸ ਕਰਕੇ ਜਿਹੜਾ ਪਿੱਛੋਂ ਜਾ ਕੇ ਕਾਨੂੰਨ ਬਣਾ ਦਿੱਤਾ ਗਿਆ, ਇਹ ਪ੍ਰਾਵਧਾਨ ਕਰ ਦਿੱਤਾ ਕਿ ਜੇਕਰ ਕਿਸੇ ਉਦਯੋਗਪਤੀ ਨੇ ਉਦਯੋਗ ਵਾਸਤੇ ਜ਼ਮੀਨ ਲਈ ਹੈ ਅਤੇ ਇਸ ਦੀ ਵਰਤੋਂ ਤਬਦੀਲੀ ਬਾਰੇ ਦਰਖਾਸਤ ਦੇ ਰੱਖੀ ਹੈ ਤੇ ਇਸ ਜ਼ਮੀਨ 'ਤੇ ਲੈਂਡ ਰਿਫਾਰਮਸ ਐਕਟ ਲਾਗੂ ਨਹੀਂ ਹੋਵੇਗਾ। ਇਸੇ ਤਰ੍ਹਾਂ ਦੇ ਕਦਮ ਬਾਅਦ ਵਿੱਚ ਪੰਜਾਬ ਸਰਕਾਰ ਨੇ ਵੀ ਚੁੱਕੇ। ਨਵੇਂ ਬਣਾਏ ਗਏ ਕਾਨੂੰਨ ਵੱਡੇ ਵਪਾਰੀਆਂ ਦਾ ਖੇਤੀ 'ਤੇ ਕਬਜ਼ਾ ਕਰਨ ਦੇ ਯਤਨਾਂ ਨੂੰ ਸੰਪੂਰਨਤਾ ਵੱਲ ਲਿਜਾਣ ਦਾ ਕਦਮ ਹੈ। ਇਸੇ ਲਈ ਇਹਨਾਂ ਨੂੰ ਬਦਲਣ ਲਈ ਸਰਕਾਰ ਤਿਆਰ ਨਹੀਂ। ਲੋਕਾਂ ਦਾ ਸੰਘਰਸ਼ ਉਹਨਾਂ ਵਾਸਤੇ ਵਿਅਰਥ ਯਤਨ ਹੈ। ਇਹ ਫੈਸਲੇ ਸਰਕਾਰ ਨਹੀਂ ਲੈਂਦੀ, ਬਲਕਿ ਵੱਡੇ ਵਪਾਰੀ ਘਰਾਣੇ ਇਹ ਕਾਨੂੰਨ ਬਣਾ ਕੇ ਜਾਂ ਬਣਵਾ ਕੇ ਸਰਕਾਰ ਨੂੰ ਦਿੰਦੇ ਹਨ ਅਤੇ ਸਰਕਾਰ ਆਪਣੀ ਇਲੈਕਸ਼ਨ ਵਿੱਚ ਵੱਡੇ ਵਪਾਰੀ ਘਰਾਣਿਆਂ ਦੇ ਯੋਗਦਾਨ ਦਾ ਇਵਜ਼ਾਨਾ ਦੇ ਰਹੀ ਹੈ। ਹੁਣ ਤੱਕ ਸਰਕਾਰ ਲੋਕਾਂ ਨੂੰ ਜਾਤਾਂ, ਧਰਮਾਂ ਅਤੇ ਜੁਮਲਿਆਂ ਨਾਲ ਨੂੰ ਆਪਸ ਵਿੱਚ ਜੁੜਨ ਨਹੀਂ ਦੇ ਰਹੀ ਸੀ ਅਤੇ ਆਪਣੇ ਆਪ ਨੂੰ ਮਹਿਫੂਜ਼ ਮਹਿਸੂਸ ਕਰ ਰਹੀ ਸੀ। ਇਹ ਵਹਿਮ ਇਸ ਸੰਘਰਸ਼ ਨੇ ਤੋੜਿਆ। ਪਹਿਲੀ ਵਾਰ ਇਸ ਸੰਘਰਸ਼ ਨੇ ਜਾਤ ਤੇ ਧਰਮ ਦੇ ਵਖਰੇਵੇਂ ਤੋਂ ਉੱਤੇ ਉੱਠ ਕੇ ਵਰਗ ਚੇਤਨਾ ਪੈਦਾ ਕੀਤੀ ਹੈ। ਹੁਣ ਹਰ ਕਿਸਾਨ ਇੱਕ ਦੂਜੇ ਨੂੰ ਕਹਿੰਦਾ ਹੈ, ਤੂੰ ਵੀ ਕਿਸਾਨ, ਮੈਂ ਵੀ ਕਿਸਾਨ। ਤੇ ਗਰੀਬ ਕਹਿੰਦਾ ਹੈ, ਤੂੰ ਵੀ ਗਰੀਬ, ਮੈਂ ਵੀ ਗਰੀਬ। ਆਪਣਾ ਸਾਹ ਇੱਕੋ, ਆਪਣਾ ਰਾਹ ਇੱਕੋ। ਇਹ ਚੇਤਨਾ ਭਾਰਤ ਵਿੱਚ ਬੁਨਿਆਦੀ ਤਬਦੀਲੀ ਲਿਆ ਸਕਦੀ ਹੈ।